ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA ਟੀਵੀ। ਖਬਰਾਂ ਦੇ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਮੈਂ ਵਰੁਣ ਕੌਰ ਮਾਨ ਤੇ ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰੀਮੈਕਸ ਦੇ ਰੀਅਲਟਰ ਗੁਰਜਤਿੰਦਰ ਸਿੰਘ ਰੰਧਾਵਾ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਪ੍ਰਾਪਰਟੀ ਖਰੀਦ ਅਤੇ ਵੇਚ ਸਕਦੇ ਹੋ। ਰੀਅਲ ਐਸਟੇਟ ਦੀ ਦੁਨੀਆ ਦੇ ਵਿੱਚ ਮੰਨਿਆ ਪਰਮੰਨਿਆ ਨਾਮ ਨੇ ਔਰ ਇਹਨਾਂ ਦਾ ਫੋਨ ਨੰਬਰ ਹੈ 9163209444। ਤੇ ਹੁਣ ਪੇਸ਼ ਨੇ ਪਹਿਲਾਂ ਚੋਣਵੀਆਂ ਖਬਰਾਂ। 6 ਰਾਜਾਂ ਵੱਲੋਂ ਅਮਰੀਕੀ ਰਾਸ਼ਟਰਪਤੀ ਦੀ ਕਰਜ਼ਾ ਮਾਫੀ ਯੋਜਨਾ ਵਿਰੁੱਧ ਅਪੀਲ ਦਾਇਰ। ਅਦਾਲਤ ਨੇ ਯੋਜਨਾ ਉੱਪਰ ਲਾਈ ਆਰਜ਼ੀ ਰੋਕ। ਆਬੂ ਧਾਬੀ ਗਏ 100 ਪੰਜਾਬੀ ਫਸੇ, ਨਹੀਂ ਦਿੱਤੇ ਜਾ ਰਹੇ ਪਾਸਪੋਰਟ। ਬ੍ਰਿਟੇਨ ਦਾ PM ਬਣਨ ਤੇ ਸੁਨਕ ਨੂੰ ਵਾਈਡਨ ਸਮੇਤ ਨਾਰਾਇਣ ਮੂਰਤੀ ਅਤੇ ਮਹਿੰਦਰਾ ਨੇ ਦਿੱਤੀ ਵਧਾਈ। ਵਾਈਡਨ ਨੇ ਵਾਈਟ ਹਾਊਸ ਵਿੱਚ ਕੀਤੀ ਹੁਣ ਤੱਕ ਦੇ ਸਭ ਤੋਂ ਵੱਡੇ ਦੀਵਾਲੀ ਸਮਾਗਮ ਦੀ ਮੇਜ਼ਬਾਨੀ। ਅਮਰੀਕਾ ਦੇ ਹਸਪਤਾਲ ਅਤੇ ਸਕੂਲ ਵਿੱਚ ਗੋਲੀਬਾਰੀ, 4 ਹਲਾਕ। ਚੀਨੀ ਫੌਜ ਨੂੰ ਸਿਖਲਾਈ ਦੇ ਰਿਹਾ ਸੀ ਅਮਰੀਕੀ ਪਾਇਲਟ, ਆਸਟ੍ਰੇਲੀਆ 'ਚ ਗ੍ਰਿਫਤਾਰ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਤੇ ਦੇਸ਼ ਵਿਦੇਸ਼ ਪੰਜਾਬ ਦੀਆਂ ਹੋਰ ਬਹੁਤ ਸਾਰੀਆਂ ਖਬਰਾਂ। ਅਮਰੀਕਾ ਦੇ 6 ਰਾਜਾਂ ਨੇ ਰਾਸ਼ਟਰਪਤੀ ਜੋ ਬਾਈਡਨ ਵੱਲੋਂ ਲਾਗੂ ਵਿਦਿਆਰਥੀਆਂ ਦੀ ਕਰਜ਼ਾ ਮਾਫੀ ਯੋਜਨਾ ਦਾ ਵਿਰੋਧ ਕਰਦਿਆਂ ਅਦਾਲਤ ਵਿੱਚ ਅਪੀਲ ਦਾਇਰ ਕੀਤੀ ਹੈ। ਇਹਨਾਂ ਰਾਜਾਂ ਦਾ ਕਹਿਣਾ ਹੈ ਕਿ ਇਸ ਯੋਜਨਾ ਕਾਰਨ ਉਹਨਾਂ ਨੂੰ ਵੱਡੀ ਪੱਧਰ ਉੱਪਰ ਵਿੱਤੀ ਨੁਕਸਾਨ ਪੁੱਜੇਗਾ। ਕੰਜ਼ਰਵੇਟਿਵ ਪਾਰਟੀ ਦੀ ਸੱਤਾ ਵਾਲੇ 6 ਰਾਜ ਅਰਕਨਸਾਸ, ਲੋਵਾ, ਕੰਸਾਸ, ਮਿਸੌਰੀ, ਨੇਬਾਰਾਸਕਾ ਤੇ ਦੱਖਣੀ ਕੈਰੋਲੀਨਾ ਦੁਆਰਾ ਦਾਇਰ ਅਪੀਲ ਵਿੱਚ ਕਿਹਾ ਗਿਆ ਹੈ ਕਿ ਰਾਸ਼ਟਰਪਤੀ ਇੰਨੀ ਵੱਡੀ ਪੱਧਰ ਉੱਪਰ ਕਰਜ਼ਾ ਮਾਫ ਕਰਨ ਦਾ ਅਧਿਕਾਰ ਨਹੀਂ ਰੱਖਦੇ। ਇਹਨਾਂ ਰਾਜਾਂ ਨੇ ਦਲੀਲ ਦਿੱਤੀ ਹੈ ਕਿ ਇਸ ਯੋਜਨਾ ਰਾਹੀਂ ਉਹਨਾਂ ਨੂੰ ਵਿੱਤੀ ਨੁਕਸਾਨ ਪਹੁੰਚਾਇਆ ਜਾ ਰਿਹਾ। ਰਾਜਾਂ ਨੇ ਅਦਾਲਤ ਨੂੰ ਬੇਨਤੀ ਕੀਤੀ ਹੈ ਕਿ ਉਹ 1 ਹਫ਼ਤੇ ਦੇ ਲਈ ਯੋਜਨਾ ਉੱਪਰ ਆਰਜ਼ੀ ਰੋਕ ਲਾ ਦੇਵੇ ਤਾਂ ਜੋ ਉਹ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾ ਸਕਣ ਤੇ ਰਾਹਤ ਲੈ ਸਕਣ। ਮਿਸੌਰੀ ਦੀ ਇੱਕ ਸੰਘੀ ਅਦਾਲਤ ਦੁਆਰਾ ਇਸ ਕਿਸਮ ਦੀ ਦਾਇਰ ਅਪੀਲ ਰੱਦ ਕਰ ਦੇਣ ਉਪਰੰਤ ਰਾਜਾਂ ਵੱਲੋਂ 8th ਸਰਕਟ ਕੋਰਟ ਆਫ ਅਪੀਲਜ਼ ਵਿੱਚ ਰਾਸ਼ਟਰਪਤੀ ਦੀ ਯੋਜਨਾ ਵਿਰੁੱਧ ਦੁਬਾਰਾ ਅਪੀਲ ਦਾਇਰ ਕੀਤੀ ਗਈ ਹੈ। ਫਿਲਹਾਲ ਅਦਾਲਤ ਨੇ ਰਾਜਾਂ ਦੀ ਅਪੀਲ ਤੇ ਯੋਜਨਾ ਉੱਪਰ ਆਰਜ਼ੀ ਤੌਰ ਤੇ ਰੋਕ ਲਗਾ ਦਿੱਤੀ ਹੈ। 8th ਸਰਕਟ ਕੋਰਟ ਆਫ ਅਪੀਲਜ਼ ਦੇ ਕੁੱਲ 11 ਸਰਗਰਮ ਜੱਜਾਂ ਵਿੱਚੋਂ ਸਾਬਕਾ ਰਾਸ਼ਟਰਪਤੀ ਜਾਰਜ W. ਬੁਸ਼ ਦੁਆਰਾ 5, ਡੋਨਾਲਡ ਟਰੰਪ ਵੱਲੋਂ 4 ਤੇ ਜਾਰਜ H.W. ਅਤੇ ਬਰਾਕ ਓਬਾਮਾ ਦੁਆਰਾ 1 ਜੱਜ ਦੀ ਨਿਯੁਕਤੀ ਕੀਤੀ ਗਈ ਹੈ। ਅਦਾਲਤ ਨੇ ਹਾਲਾਂਕਿ ਆਰਜ਼ੀ ਤੌਰ ਤੇ ਬਾਈਡਨ ਪ੍ਰਸ਼ਾਸਨ ਨੂੰ ਯੋਜਨਾ ਉੱਪਰ ਅੱਗੇ ਵਧਣ ਤੋਂ ਰੋਕ ਦਿੱਤਾ, ਪਰੰਤੂ ਨਾਲ ਹੀ ਕਿਹਾ ਗਿਆ ਹੈ ਕਿ ਵਿਦਿਆਰਥੀ ਰਾਹਤ ਲੈਣ ਲਈ ਦਰਖਾਸਤਾਂ ਦੇ ਸਕਦੇ ਨੇ। ਅਜੇ ਇਹ ਸਪਸ਼ਟ ਨਹੀਂ ਹੈ ਕਿ ਅਦਾਲਤ ਅਗਲੀ ਕਾਰਵਾਈ ਕਦੋਂ ਕਰੇਗੀ। ਇਸੇ ਦੌਰਾਨ ਰਾਸ਼ਟਰਪਤੀ ਬਾਈਡਨ ਨੇ ਉਕਤ 6 ਰਾਜਾਂ ਤੇ ਹੋਰ ਕੰਜ਼ਰਵੇਟਿਵ ਧਿਰਾਂ ਦੁਆਰਾ ਕਰਜ਼ਾ ਮਾਫੀ ਯੋਜਨਾ ਨੂੰ ਪਟੜੀ ਤੋਂ ਲਾਉਣ ਲਈ ਕੀਤੇ ਜਾ ਰਹੇ ਯਤਨਾਂ ਦੀ ਨਿੰਦਾ ਕੀਤੀ ਹੈ। ਰਾਸ਼ਟਰਪਤੀ ਨੇ ਕਿਹਾ ਕਿ ਉਹਨਾਂ ਦੀ ਯੋਜਨਾ ਦੇ ਹੁੰਗਾਰੇ ਵਿੱਚ ਇੱਕ ਹਫ਼ਤੇ 'ਚ 22 ਲੱਖ ਦਰਖਾਸਤਾਂ ਆ ਚੁੱਕੀਆਂ ਨੇ ਜੋ ਕੰਜ਼ਰਵੇਟਿਵ ਲੋਕਾਂ ਨੂੰ ਪਸੰਦ ਨਹੀਂ ਹੈ। ਇਸ ਯੋਜਨਾ ਤਹਿਤ 1,25,000 ਦੀ ਕਮਾਈ ਵਾਲੇ ਇਕਹਿਰੇ ਵਿਅਕਤੀ ਤੇ $2,50,000 ਦੀ ਆਮਦਨੀ ਵਾਲੇ ਵਿਆਹੁਤਾ ਜੋੜੇ $2 ਲੱਖ ਤੱਕ ਕਰਜ਼ਾ ਰਾਹਤ ਲੈਣ ਲਈ ਦਰਖਾਸਤਾਂ ਦੇ ਸਕਦੇ ਨੇ। ਰੋਜ਼ਗਾਰ ਦੇ ਸਿਲਸਿਲੇ ਵਿੱਚ ਆਬੂ ਧਾਬੀ ਦੀ ਇੱਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਨ ਗਏ 100 ਪੰਜਾਬੀ ਉੱਥੇ ਫਸ ਗਏ ਨੇ ਕਿਉਂਕਿ ਉਹਨਾਂ ਨੂੰ ਕੰਮ ਤੋਂ ਹਟਾ ਦਿੱਤਾ ਗਿਆ, ਪਰ ਪਾਸਪੋਰਟ ਵਾਪਸ ਨਹੀਂ ਦਿੱਤੇ ਜਾ ਰਹੇ। ਸਮਾਜ ਸੇਵੀ ਦਿਲਬਾਗ ਸਿੰਘ ਨੇ ਇਸ ਮਾਮਲੇ ਵਿੱਚ ਵਿਦੇਸ਼ ਮੰਤਰੀ S. ਜੈਸ਼ੰਕਰ ਨੂੰ ਪੱਤਰ ਲਿਖ ਕੇ ਨੌਜਵਾਨਾਂ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ। ਪਿੰਡ ਬੈਨਾਪੁਰ ਦੇ ਵਸਨੀਕ ਦਿਲਬਾਗ ਦੇ ਵਿਦੇਸ਼ ਮੰਤਰੀ ਡਾਕਟਰ S. ਜੈਸ਼ੰਕਰ ਨੂੰ ਲਿਖੇ ਪੱਤਰ 'ਚ ਕਿਹਾ ਗਿਆ ਹੈ ਕਿ ਸਕੁਐਡ ਜਨਰਲ ਕੰਟਰੈਕਟਿੰਗ ਕੰਪਨੀ ਆਬੂ ਧਾਬੀ ਨੇ ਇਹਨਾਂ ਨੂੰ ਕੰਮ ਤੋਂ ਕੱਢ ਦਿੱਤਾ, ਪਰ ਪਾਸਪੋਰਟ ਵਾਪਸ ਨਹੀਂ ਕਰ ਰਹੀ, ਜਿਸ ਕਾਰਨ ਨੌਜਵਾਨ ਵਾਪਸ ਨਹੀਂ ਆ ਸਕਦੇ। ਵਿਦੇਸ਼ ਮੰਤਰੀ ਤੋਂ ਆਬੂ ਧਾਬੀ ਸਥਿਤ ਭਾਰਤੀ ਦੂਤਘਰ ਨੂੰ ਨਿਰਦੇਸ਼ ਦੇ ਕੇ ਇਹ ਮਾਮਲਾ ਅਮੀਰਾਤ ਦੇ ਅਧਿਕਾਰੀਆਂ ਕੋਲ ਉਠਾਉਣ ਦੀ ਬੇਨਤੀ ਕੀਤੀ ਗਈ ਹੈ। ਸਿੰਘ ਨੇ ਕਿਹਾ ਕਿ ਜ਼ਿਆਦਾਤਰ ਕਰਮਚਾਰੀਆਂ ਨੇ ਭਾਰਤ ਪਰਤਣ ਲਈ ਆਨਲਾਈਨ ਅਪਲਾਈ ਕੀਤਾ ਹੈ, ਪਰ ਪਾਸਪੋਰਟ ਨਾ ਹੋਣ ਕਾਰਨ ਉਹ ਆ ਨਹੀਂ ਸਕਦੇ। ਉਹਨਾਂ ਦੇ ਮਾਤਾ-ਪਿਤਾ ਹਵਾਈ ਟਿਕਟ ਦਾ ਭੁਗਤਾਨ ਕਰਨ ਲਈ ਤਿਆਰ ਨੇ, ਪਰ ਕੰਪਨੀ ਪਾਸਪੋਰਟ ਵਾਪਸ ਨਹੀਂ ਕਰ ਰਹੀ। ਬ੍ਰਿਟੇਨ ਦੇ ਸਾਬਕਾ ਵਿੱਤ ਮੰਤਰੀ ਰਿਸ਼ੀ ਸੁਨਕ ਨੂੰ ਹੁਣ ਉੱਥੇ ਨਵਾਂ ਪ੍ਰਧਾਨ ਮੰਤਰੀ ਚੁਣਿਆ ਗਿਆ ਹੈ। ਇਹ ਪਹਿਲੀ ਵਾਰ ਹੈ ਜਦੋਂ ਭਾਰਤੀ ਮੂਲ ਦਾ ਕੋਈ ਵਿਅਕਤੀ ਬ੍ਰਿਟਿਸ਼ ਪ੍ਰਧਾਨ ਮੰਤਰੀ ਦੀ ਬਾਗਡੋਰ ਸੰਭਾਲੇਗਾ। ਸੁਨਕ ਦੀ ਇਸ ਸਫਲਤਾ ਤੇ ਭਾਰਤ ਸਮੇਤ ਦੁਨੀਆ ਭਰ ਦੇ ਨੇਤਾ, ਅਦਾਕਾਰ ਅਤੇ ਉਦਯੋਗਪਤੀ ਵਧਾਈ ਦੇ ਰਹੇ ਨੇ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਕਿ ਭਾਰਤੀ ਮੂਲ ਦੇ ਰਿਸ਼ੀ ਸੁਨਕ ਦੀ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਵਜੋਂ ਚੋਣ ਬਹੁਤ ਹੀ ਹੈਰਾਨੀਜਨਕ ਅਤੇ ਇੱਕ ਬੇਮਿਸਾਲ ਮੀਲ ਪੱਥਰ। ਬਾਈਡਨ ਨੇ ਸੋਮਵਾਰ ਨੂੰ ਵਾਈਟ ਹਾਊਸ ਵਿੱਚ ਆਯੋਜਿਤ ਦੀਵਾਲੀ ਦੇ ਜਸ਼ਨ ਦੌਰਾਨ ਕਿਹਾ ਕਿ ਰੋਸ਼ਨੀ ਦੀ ਤਿਉਹਾਰ ਇਸ ਗੱਲ ਦੀ ਯਾਦ ਦਿਵਾਉਂਦਾ ਹੈ ਕਿ ਸਾਡੇ ਵਿੱਚੋਂ ਹਰ ਇੱਕ ਕੋਲ ਹਨੇਰੇ ਨੂੰ ਦੂਰ ਕਰਨ ਅਤੇ ਸੰਸਾਰ ਵਿੱਚ ਰੋਸ਼ਨੀ ਫੈਲਾਉਣ ਦੀ
शक्ति है। ये साडे जीवन देश का सच है और खास करके लोकतंत्री देश की जिंदगी, चाहे वो अमेरिका होवे जां भारत जिथे आज़ादी के 75 साल मनाए जा रहे हैं, जां यूके जिथे सानू अज खबर मिली है कि सुनक प्रधानमंत्री बन गए ने। समारोह दौरान जदों बाइडन ने यह कहा तो ताड़ियां दी गड़गड़ाहट हुई। समारोह विच 200 तो वध मेहमान शामिल होए, जिन्हां विच भारतीय अमरीकी अते बाइडन प्रशासन के कई मैंबर शामिल सन। डायस्पोरा भारतीय भाईचारे दीआं प्राप्तियां नूं उजागर करते हुए उन्होंने कहा कि कंजरवेटिव पार्टी सुनक तो प्रधानमंत्री बनने की उम्मीद करती है। ये काफ़ी हैरानीजनक है अते एक बेमिसाल मील पत्थर है। ये बहुत मायने रखता है। बाइडन ने 2020 विच भारतीय मूल दी कमला हैरिस नूं उप राष्ट्रपति चुन के इतिहास रच दिता सी। हैरिस हुण अमेरिका के उप राष्ट्रपति अते बाइडन तो बाद देश के दूजे सब तो शक्तिशाली व्यक्ति ने। वो इस अहुदे दे लई चुने जाण वाली पहले भारतीय मूल के पहले व्यक्ति ने। बाइडन ने दिवाली नूं अमेरिकी सभ्याचार का हिस्सा बनाउण लई भारतीय अमरीकियां दा धन्नवाद भी कीता। अमेरिकी राष्ट्रपति जो बाइडन उन्हां दी पत्नी जिल बाइडन ने सोमवार नूं व्हाइट हाउस विच दिवाली के जश्न की मेज़बानी की सी और उन्होंने कहा सी कि जदों तो जॉर्ज बुश प्रशासन ने व्हाइट हाउस विच दिवाली मनाउणी शुरू की है, उदों तो यह हुण तक का सब तो वड्डा जश्न है। ईस्ट रूम विच आयोजित समारोह 200 तो वध उगे भारतीय अमरीकियां ने शिरकत की। ईस्ट रूम भारत अमरीका संबंधां नाल संबंधित वख-वख इतिहासक घटनावां दा गवाह रहा, जिस विच 2008 विच परमाणु समझौते ते दस्तखत अते उस समय के अमरीकी राष्ट्रपति बराक ओबामा अते तत्काली भारतीय प्रधानमंत्री मनमोहन सिंह की प्रेस कॉन्फ्रेंस शामिल है। दिवाली के जश्नां विच कुछ मनमोहक सभ्याचार प्रोग्राम देखण नूं मिले, जिन्हां विच स्टार वादक ऋषभ शर्मा अते डांस दी स्टार डांस कंपनी की पेशकारी भी इत्थे शामिल सी। साड़ियां, लहंगा ते शेरवानियां वर्गे रवायती भारतीय पहरावे विच सजे मेहमानां ने भारतीय पकवानां दा आनंद माणिया। अमेरिकी राष्ट्रपति ने दिवाली मनाउण दे लई समागम दौरान 2 बच्चों नूं स्टेज ते बुलाया। यूएस इंडिया बिजनेस कौंसल के प्रधान अतुल केशप ने समारोह दौरान पीटीआई नूं दस्सिया कि यह इस गल का जश्न है कि भारतीय अमरीकी भाईचारे ने अमेरिका विच की हासिल किया है। दिवाली ते साडी मेज़बानी करन लई असीं राष्ट्रपति अते व्हाइट हाउस के धन्नवादी हां। मैं एक भारतीय अमेरिका के तौर पर इत्थे आके बहुत खुशकिस्मत महसूस कर रहा। अमेरिका के सब तो वड्डे दक्षिणी एशियाई टैलीविजन चैनल टीवी एशिया के चेयरमैन अते सीईओ HR शाह ने कहा कि दिवाली मनाउण लई इत्थे आउणा एक सन्मान अते खुशकिस्मत की गल है। भारतीय अमरीकी इस दे लई राष्ट्रपति अते पहली महिला के धन्नवादी ने। इस तो पहला मेहमानों का स्वागत करते हुए बाइडन ने कहा कि इन्ने वड्डे पद्धर ते व्हाइट हाउस का यह पहला दिवाली का जश्न है। उन्होंने कहा कि दक्षिणी एशियाई भाईचारे ने देश को महामारी तो बाहर आउण विच मदद की है। इस दे नाल एक अर्थ व्यवस्था बनाई गई है जिस विच सब दे लई काम किया जाता है। इस दौरान अमेरिका विच कई भारतीय अमरीकी संसद मैंबरां ने दिवाली मनाई। समाज के योगदान अते आधुनिक संसार विच रोशनी के त्योहार की सार्थकता की झलक पेश की गई। दिवाली का त्योहार बुराई ते चंगियाई, हनेरे ते चानण ते अज्ञानता ते ज्ञान की जित का प्रतीक है। अमेरिका के एक हॉस्पिटल और स्कूल विच गोलीबारी दीआं वारदातां दौरान घट्टो घट्ट 4 जणियां की मौत हो गई और 7 होर जख्मी हो गए। पहली वारदात टेक्सास के डेल्स शहर के हॉस्पिटल विच वापरी, जिथे अपराध रिकॉर्ड वाला एक शख्स अपनी प्रेमिका नूं मिलण के बहाने हॉस्पिटल विच दाखिल होया अते गोलियां चला दित्तियां। दूजी वारदात मजूरी सूबे के सेंट लुई के हाई स्कूल विच वापरी है, जिथे 19 साला दे बंदूकधारी ने गोलियां चला दित्तियां। चीन लई काम करन वाले साबका अमरीकी लड़ाकू पायलट नूं आस्ट्रेलिया तो गिरफ्तार किया गया है। ये अमरीकी पायलट चीनी हवाई सेना के पायलटां नूं फ्लाइट इंस्ट्रक्टर वजों सिखलाई दिंदा सी। आस्ट्रेलिया ने दस्सिया कि इस साबका पायलट नूं अमेरिका की बेनती ते गिरफ्तार किया गया। हुण इस नूं अमेरिका के हवाले करन दी तैयारी की जा रही है। आस्ट्रेलियन पुलिस मुताबक डैनियल एडमंड डुगन नाम के इस पायलट नूं शुक्रवार नूं न्यू साउथ वेल्स के ऑरेंज तो गिरफ्तार किया गया। एडमंड नूं गिरफ्तार करन तो तुरंत बाद अदालत विच पेश किया गया। जज ने डैनियल नूं जमानत देण तो इनकार कर दिता ते उस नूं जेल भेज दिता। आस्ट्रेलियाई पुलिस हुण रस्मी हवालगी की कार्रवाई पूरी कर रही है। फैडरल अटॉर्नी जनरल विभाग ने कहा कि अमरीकी जांच एजेंसी FBI ने पायलट की गिरफ्तारी की बेनती की सी, जदों
ਬ੍ਰਿਟੇਨ ਨੇ ਚੀਨ ਵਿੱਚ ਕੰਮ ਕਰ ਰਹੇ ਦਰਜਨਾਂ ਸਾਬਕਾ ਫੌਜੀ ਪਾਇਲਟਾਂ ਦਾ ਪਰਦਾਫਾਸ਼ ਕੀਤਾ। ਬ੍ਰਿਟੇਨ ਨੇ ਕਿਹਾ ਸੀ ਕਿ ਜੇਕਰ ਇਹ ਲੋਕ ਚੀਨ ਲਈ ਕੰਮ ਕਰਨਾ ਬੰਦ ਨਹੀਂ ਕਰਦੇ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਏਗੀ। ਆਸਟ੍ਰੇਲੀਆ ਵੀ ਉਹਨਾਂ ਰਿਪੋਰਟਾਂ ਦੀ ਜਾਂਚ ਕਰ ਰਿਹਾ ਕਿ ਕੁਝ ਸਾਬਕਾ ਲੜਾਕੂ ਪਾਇਲਟਾਂ ਨੂੰ ਚੀਨ ਵਿੱਚ ਕੰਮ ਕਰਨ ਦੇ ਲਈ ਸੰਪਰਕ ਕੀਤਾ ਗਿਆ ਸੀ। FBI ਲੰਬੇ ਸਮੇਂ ਤੋਂ ਡੁੱਬਣ ਦੀ ਤਲਾਸ਼ ਕਰ ਰਹੀ ਸੀ। ਜਦੋਂ ਪਾਇਲਟ ਦੇ ਆਸਟ੍ਰੇਲੀਆ ਵਿੱਚ ਮੌਜੂਦ ਹੋਣ ਦਾ ਪਤਾ ਲੱਗਾ ਤਾਂ ਤੁਰੰਤ ਗ੍ਰਿਫਤਾਰੀ ਦੀ ਬੇਨਤੀ ਕੀਤੀ ਗਈ। ਅਮਰੀਕਾ ਤੇ ਕੈਨੇਡਾ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀ ਟਰੱਕਿੰਗ ਦਾ ਕੰਮ ਕਰਦੇ ਨੇ। ਇਹਨਾਂ ਨਾਲ ਹਾਦਸੇ ਦੀਆਂ ਘਟਨਾਵਾਂ ਵੀ ਲਗਾਤਾਰ ਵੱਧਦੀਆਂ ਜਾ ਰਹੀਆਂ ਨੇ। ਹੁਣ ਕੈਲੀਫੋਰਨੀਆ ਤੋਂ ਖਬਰ ਸਾਹਮਣੇ ਆਈ ਸੀ ਜਿੱਥੋਂ ਦੇ ਵਾਸੀ 2 ਪੰਜਾਬੀ ਟਰੱਕ ਡਰਾਈਵਰਾਂ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ, ਜਿਨ੍ਹਾਂ ਦੀ ਸ਼ਨਾਖਤ ਸਵਿੰਦਰਜੀਤ ਸਿੰਘ ਅਤੇ ਕਿਰਪਾਲ ਸਿੰਘ ਵਜੋਂ ਹੋਈ ਹੈ। ਅਮਰੀਕਾ ਦੇ ਮਿਸੌਰੀ ਸੂਬੇ ਦੇ ਸੈਂਟ ਲੂਇਸ ਵਿੱਚ ਇੱਕ ਹਾਈ ਸਕੂਲ 'ਚ ਗੋਲੀਬਾਰੀ ਦੌਰਾਨ ਸ਼ੱਕੀ ਸਮੇਤ ਘੱਟੋ-ਘੱਟ 3 ਲੋਕਾਂ ਦੀ ਮੌਤ ਹੋ ਗਈ ਅਤੇ 7 ਹੋਰ ਜ਼ਖਮੀ ਹੋਏ ਨੇ। ਰਿਪੋਰਟ ਦੇ ਮੁਤਾਬਕ ਬੰਦੂਕਧਾਰੀ ਸੋਮਵਾਰ ਸਵੇਰੇ 9 ਵਜੇ ਤੋਂ ਬਾਅਦ ਸੈਂਟਰਲ ਵਿਜ਼ੂਅਲ ਐਂਡ ਪਰਫਾਰਮਿੰਗ ਆਰਟਸ ਹਾਈ ਸਕੂਲ ਵਿੱਚ ਦਾਖਲ ਹੋਇਆ। ਫਿਲਹਾਲ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਸਕੂਲ ਭਵਨ ਦੇ ਦਰਵਾਜ਼ੇ ਬੰਦ ਹੋਣ ਦੇ ਬਾਵਜੂਦ ਸ਼ੱਕੀ ਬੰਦੂਕਧਾਰੀ ਨੇ ਕਿਵੇਂ ਸਕੂਲ ਵਿੱਚ ਐਂਟਰੀ ਕੀਤੀ। ਪੁਲਿਸ ਨੇ ਬੰਦੂਕਧਾਰੀ ਨੂੰ ਕੁਝ ਹੀ ਦੇਰ ਵਿੱਚ ਢੇਰ ਕਰ ਦਿੱਤਾ। ਅਮਰੀਕਾ ਦੇ ਬਾਈਡਨ ਪ੍ਰਸ਼ਾਸਨ ਨੇ ਵਿਦੇਸ਼ ਸੇਵਾ ਦੀ ਸੀਨੀਅਰ ਅਧਿਕਾਰੀ ਐਲਿਜ਼ਾਬੈਥ ਜੌਨਸ ਨੂੰ ਨਵੀਂ ਦਿੱਲੀ ਵਿਚਲੇ ਅਮਰੀਕੀ ਦੂਤਵਾਸ ਵਿੱਚ ਅੰਤਰਿਮ ਇੰਚਾਰਜ ਨਿਯੁਕਤ ਕੀਤਾ ਹੈ ਤਾਂ ਕਿ ਦੁਨੀਆ ਵਿੱਚ ਸਭ ਤੋਂ ਵੱਧ ਮਹੱਤਵਪੂਰਨ ਦੁਵੱਲੀ ਭਾਈਵਾਲੀ ਨੂੰ ਅੱਗੇ ਵਧਾਇਆ ਜਾ ਸਕੇ। ਵਿਦੇਸ਼ ਮੰਤਰਾਲਾ ਨੇ ਸੋਮਵਾਰ ਇੱਕ ਐਲਾਨ ਵਿੱਚ ਕਿਹਾ ਕਿ ਹਾਲ 'ਚ ਅਫਗਾਨਾਂ ਦੇ ਪੁਨਰਵਾਸ ਲਈ ਕੋਆਰਡੀਨੇਟਰ ਰਹੀ 74 ਸਾਲਾ ਜੌਨਸ ਜਲਦੀ ਨਵੀਂ ਦਿੱਲੀ ਲਈ ਰਵਾਨਾ ਹੋਏਗੀ। ਵਰਤਮਾਨ ਵਿੱਚ ਪੈਟਰੀਸ਼ੀਆ ਏਲਸੀਨਾ ਨਵੀਂ ਦਿੱਲੀ ਵਿੱਚ ਅਮਰੀਕੀ ਦੂਤਵਾਸ ਵਿੱਚ ਮੁੱਖ ਰਾਜਦੂਤ ਨੇ। ਉਹਨਾਂ 9 ਸਤੰਬਰ 2021 ਨੂੰ ਅਹੁਦਾ ਸੰਭਾਲਿਆ ਸੀ। ਕੈਨੇਡਾ ਦੇ ਓਨਟਾਰੀਓ ਸੂਬੇ ਵਿੱਚ ਵਿਦੇਸ਼ੀ ਨਾਗਰਿਕਾਂ ਲਈ ਘਰ ਖਰੀਦਣਾ ਮੁਸ਼ਕਿਲ ਹੋ ਗਿਆ ਜਦੋਂ ਸੂਬਾ ਸਰਕਾਰ ਨੇ ਵਿਦੇਸ਼ੀਆਂ ਉੱਪਰ ਲੱਗਣ ਵਾਲੇ ਟੈਕਸ 20% ਤੋਂ ਵਧਾ ਕੇ 25% ਕਰ ਦਿੱਤਾ। ਪੀਸੀ ਪਾਰਟੀ ਦੀ ਸਰਕਾਰ ਨੇ ਇਸੇ ਸਾਲ ਮਾਰਚ ਦੌਰਾਨ ਹੋਮ ਫਾਈਬਰ ਟੈਕਸ 15% ਤੋਂ ਵਧਾ ਕੇ 20% ਕੀਤਾ ਸੀ। ਕੈਨੇਡਾ ਦੀ ਰਾਜਧਾਨੀ ਵਿੱਚ ਧਰਨਾ ਲਾ ਕੇ ਬੈਠੇ ਟਰੱਕ ਡਰਾਈਵਰਾਂ ਨੂੰ ਖਦੇੜਨ ਦੇ ਲਈ ਐਮਰਜੈਂਸੀ ਲਾਉਣ ਦੇ ਮਸਲੇ ਤੇ ਚੱਲ ਰਹੀ ਉੱਚ ਪੱਧਰੀ ਪੜਤਾਲ ਦੌਰਾਨ ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੂੰ ਵੀ ਤਲਬ ਕੀਤਾ ਗਿਆ ਹੈ। ਉਧਰ ਡਗ ਫੋਰਡ ਵੱਲੋਂ ਜਾਂਚ ਕਮਿਸ਼ਨ ਅੱਗੇ ਪੇਸ਼ ਹੋਣ ਤੋਂ ਬਚਣ ਦੇ ਲਈ ਕਾਨੂੰਨੀ ਚਾਰਾਜੋਈ ਆਰੰਭੀ ਗਈ ਹੈ। ਕੈਨੇਡਾ 'ਚ BC ਮਗਰੋਂ ਓਨਟਾਰੀਓ ਦੀਆਂ ਮਿਊਨਿਸਪਲ ਚੋਣਾਂ ਵਿੱਚ ਵੀ ਕਈ ਪੰਜਾਬੀਆਂ ਨੇ ਕੌਂਸਲਰ ਦੀ ਚੋਣ ਜਿੱਤ ਲਈ ਹੈ, ਪਰ ਇਸ ਸੂਬੇ ਨੂੰ ਕੋਈ ਵੀ ਪੰਜਾਬੀ ਮੇਅਰ ਨਹੀਂ ਮਿਲ ਸਕਿਆ। ਜ਼ਿਆਦਾਤਰ ਮੌਜੂਦਾ ਮੇਅਰਾਂ ਨੂੰ ਹੀ ਜਿੱਤ ਦਾ ਫਤਵਾ ਮਿਲਿਆ। ਇਸ ਦੇ ਚਲਦਿਆਂ ਕੈਨੇਡਾ ਦੇ ਮਿੰਨੀ ਪੰਜਾਬੀ ਮੰਨੇ ਜਾਂਦੇ ਬਰੈਂਪਟਨ ਦੇ ਦੂਜੀ ਵਾਰ ਫਿਰ ਪੈਟਰਿਕ ਬਰਾਊਨ ਮੇਅਰ ਚੁਣੇ ਗਏ। ਉਹਨਾਂ ਨੂੰ 50,652 ਵੋਟਾਂ ਮਿਲੀਆਂ। ਉਧਰ ਜੌਨ ਟੌਰੀ ਟੋਰਾਂਟੋ ਅਤੇ ਬੌਨੀ ਕਰੋਂਬੀ ਮਿਸੀਸਾਗਾ ਦੀ ਤੀਜੀ ਵਾਰ ਮੇਅਰ ਬਣ ਗਈ। ਬਰੈਂਪਟਨ ਦੇ ਮੇਅਰ ਦੀ ਦੌੜ ਵਿੱਚ ਸ਼ਾਮਲ 4 ਪੰਜਾਬੀਆਂ ਵਿੱਚੋਂ ਕਿਸੇ ਨੂੰ ਵੀ ਸਫਲਤਾ ਨਹੀਂ ਮਿਲੀ। ਨਿੱਕੀ ਕੌਰ, ਬੌਬ ਸਿੰਘ, ਵਿਦਿਆ ਸਾਗਰ, ਗੌਤਮ ਤੇ ਪ੍ਰਭ ਕੌਰ ਮੰਡ ਚੋਣ ਹਾਰ ਗਏ। ਕੌਂਸਲਰਾਂ ਦੀਆਂ ਚੋਣਾਂ ਵਿੱਚ ਪੰਜਾਬੀਆਂ ਨੂੰ ਚੰਗਾ ਹੁੰਗਾਰਾ ਵੀ ਮਿਲਿਆ। ਇਸ ਦੇ ਚਲਦਿਆਂ ਬਰੈਂਪਟਨ ਵਿੱਚ 3 ਪੰਜਾਬੀ ਕੌਂਸਲਰ ਚੁਣੇ ਗਏ, ਜਿਨ੍ਹਾਂ ਵਿੱਚ ਨਵਜੀਤ ਕੌਰ ਬਰਾੜ, ਗੁਰਪ੍ਰਤਾਪ ਸਿੰਘ ਤੂਰ ਤੇ ਹਰਕੀਰਤ ਸਿੰਘ ਦਾ ਨਾਮ ਸ਼ਾਮਲ ਹੈ। ਇਸ ਤੋਂ ਇਲਾਵਾ ਹੋਰਾਂ ਸ਼ਹਿਰਾਂ ਵਿੱਚ ਵੀ ਕੌਂਸਲਰ ਦੀ ਚੋਣ ਲੜ ਰਹੇ ਪੰਜਾਬੀਆਂ ਨੂੰ ਚੰਗਾ ਹੁੰਗਾਰਾ ਮਿਲਿਆ। ਪ੍ਰੈਸ ਬਰੀਫਿੰਗ ਦੌਰਾਨ ਵਾਈਟ ਹਾਊਸ ਕੋਵਿਡ-19 ਰਿਸਪਾਂਸ ਕੋਆਰਡੀਨੇਟਰ ਡਾਕਟਰ ਆਸ਼ੀਸ਼ ਝਾਅ ਨੇ ਕਿਹਾ ਕਿ ਭਾਰਤ ਆਪਣੀ ਨਿਰਮਾਣ ਸਮਰੱਥਾ ਦੇ ਕਾਰਨ ਟੀਕਿਆਂ ਦਾ ਇੱਕ ਵੱਡਾ ਨਿਰਯਾਤਕ ਰਿਹਾ। ਉਹਨਾਂ ਨੇ ਕਿਹਾ ਕਿ ਭਾਰਤ ਵਿਸ਼ਵ ਟੀਕਿਆਂ ਦਾ ਇੱਕ ਮਹੱਤਵਪੂਰਨ ਨਿਰਮਾਤਾ ਹੈ। ਭਾਰਤ ਨੇ ਪਿਛਲੇ 31 ਦਸੰਬਰ ਤੱਕ ਦੁਨੀਆ ਦੇ 97 ਦੇਸ਼ਾਂ ਨੂੰ ਕੋਰੋਨਾ ਵੈਕਸੀਨ ਦੀਆਂ ਖੁਰਾਕਾਂ ਮੁਹੱਈਆ ਕਰਵਾਈਆਂ। ਉਹਨਾਂ ਨੇ ਪਿਛਲੇ ਸਾਲ 16 ਜਨਵਰੀ 2021 ਨੂੰ ਕੋਰੋਨਾ ਵਾਇਰਸ ਵਿਰੁੱਧ ਟੀਕਾਕਰਨ ਮੁਹਿੰਮ ਸ਼ੁਰੂ ਕੀਤੀ ਸੀ। ਇਸ ਦਿਨ ਤੋਂ ਭਾਰਤ ਨੇ ਵੈਕਸੀਨ ਫਰੈਂਡਸ਼ਿਪ ਪ੍ਰੋਗਰਾਮ ਦੇ ਤਹਿਤ ਦੂਜੇ ਦੇਸ਼ਾਂ ਨੂੰ ਵੀ ਵੈਕਸੀਨ ਦੀ ਬਰਾਮਦਗੀ ਕਰਾਉਣੀ ਸ਼ੁਰੂ ਕਰ ਦਿੱਤੀ ਸੀ। ਭਾਰਤ ਨੇ ਵੈਕਸੀਨ ਫਰੈਂਡਸ਼ਿਪ ਪ੍ਰੋਗਰਾਮ ਤਹਿਤ ਆਪਣੇ ਗੁਆਂਢੀ ਦੇਸ਼ ਦੇ ਨਾਲ-ਨਾਲ ਕਈ ਹੋਰ ਗਰੀਬ ਦੇਸ਼ਾਂ ਨੂੰ ਗ੍ਰਾਂਟ ਦੇ ਤੌਰ ਤੇ ਟੀਕਾ ਭੇਜਿਆ ਹੈ। ਇਸ ਤੋਂ ਇਲਾਵਾ ਇਸਨੇ ਕਈ ਦੇਸ਼ਾਂ ਨੂੰ ਵੈਕਸੀਨ ਵੀ ਵੇਚੀ ਹੈ। ਇੰਨਾ ਹੀ ਨਹੀਂ, ਭਾਰਤ ਨੇ ਵਿਸ਼ਵ ਸਿਹਤ ਸੰਗਠਨ ਯਾਨੀ ਕਿ WHO ਦੇ ਕੋਵੈਕਸ ਪ੍ਰੋਗਰਾਮ ਦੇ ਲਈ ਵੀ ਵੈਕਸੀਨ ਮੁਹੱਈਆ ਕਰਵਾਈ ਹੈ। ਭਾਰਤ ਨੇ ਜਿਨ੍ਹਾਂ ਦੇਸ਼ਾਂ ਨੂੰ ਵੈਕਸੀਨ ਮੁਹੱਈਆ ਕਰਵਾਈ ਹੈ ਉਹਨਾਂ ਵਿੱਚ ਮੁੱਖ ਤੌਰ ਤੇ ਬ੍ਰਿਟੇਨ, ਕੈਨੇਡਾ, ਬੰਗਲਾਦੇਸ਼, ਮਿਆਂਮਾਰ, ਨੇਪਾਲ, ਇੰਡੋਨੇਸ਼ੀਆ, ਅਫਗਾਨਿਸਤਾਨ, ਸ੍ਰੀਲੰਕਾ, ਭੂਟਾਨ, ਮਾਲਦੀਵ, ਮੈਕਸੀਕੋ ਸ਼ਾਮਲ ਨੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦਾ ਸਵਾਗਤ ਕਰਦਿਆਂ ਕਿਹਾ, ਕੈਨੇਡਾ ਸਰਕਾਰ ਦੀ ਤਰਫੋਂ ਮੈਂ ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੂੰ ਵਧਾਈ ਦਿੰਦਾ।
ਬ੍ਰਿਟੇਨ ਦੇ ਨਾਲ ਕੈਨੇਡਾ ਦੀ ਭਾਈਵਾਲੀ ਦੁਨੀਆ ਦੇ ਕਿਸੇ ਵੀ ਦੋ ਦੇਸ਼ਾਂ ਵਿਚਕਾਰ ਸਭ ਤੋਂ ਮਜ਼ਬੂਤ ਸੰਬੰਧਾਂ ਵਿੱਚੋਂ ਇੱਕ ਹੈ ਨੂੰ ਸਾਡੇ ਅਮੀਰ ਸਾਂਝੇ ਇਤਿਹਾਸ, ਸਾਡੀ ਨੇੜਲੀ ਦੋਸਤੀ ਅਤੇ ਮਨੁੱਖੀ ਅਧਿਕਾਰਾਂ, ਜਮਹੂਰੀਅਤ ਅਤੇ ਨਿਯਮਾਂ ਆਧਾਰਿਤ ਅੰਤਰਰਾਸ਼ਟਰੀ ਵਿਵਸਥਾ ਲਈ ਅਟੁੱਟ ਵਚਨਬੱਧਤਾ ਦੁਆਰਾ ਪਰਿਭਾਸ਼ਿਤ ਕੀਤਾ ਗਿਆ ਹੈ। ਇਸ ਵਿੱਚ ਸੰਯੁਕਤ ਰਾਸ਼ਟਰ, ਅੰਤਰਰਾਸ਼ਟਰੀ ਵਿੱਤੀ ਸੰਸਥਾਵਾਂ ਅਤੇ ਹੋਰ ਬਹੁਪੱਖੀ ਸੰਸਥਾਵਾਂ ਰਾਹੀਂ ਸਾਡੀ ਨਜ਼ਦੀਕੀ ਭਾਈਵਾਲੀ ਸ਼ਾਮਲ ਹੈ। ਅਸੀਂ ਰਾਸ਼ਟਰਮੰਡਲ, ਉੱਤਰੀ ਅਟਲਾਂਟਿਕਾ ਸੰਧੀ ਸੰਗਠਨ, G7 ਅਤੇ G20 ਦੇ ਮੈਂਬਰ ਹੋਣ ਵਾਲੇ ਸਿਰਫ ਦੋ ਦੇਸ਼ ਹਾਂ। ਮੈਂ ਇਸ ਰਿਸ਼ਤੇ ਨੂੰ ਮਜ਼ਬੂਤ ਕਰਨ ਦੇ ਲਈ ਪ੍ਰਧਾਨ ਮੰਤਰੀ ਸੁਨਕ ਨਾਲ ਕੰਮ ਕਰਨ ਦੀ ਉਮੀਦ ਕਰਦਾ ਹਾਂ। ਅੱਗੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕਹਿੰਦੇ ਨੇ ਕਿ ਕਿਉਂਕਿ ਅਸੀਂ ਰੂਸ ਦੇ ਯੂਕਰੇਨ ਤੇ ਗੈਰ ਕਾਨੂੰਨੀ ਅਤੇ ਨਜਾਇਜ਼ ਹਮਲੇ, ਆਰਥਿਕ ਅਨਿਸ਼ਚਿਤਤਾ ਅਤੇ ਜਲਵਾਯੂ ਪਰਿਵਰਤਨ ਸਮੇਤ ਚੱਲ ਰਹੀਆਂ ਵਿਸ਼ਵ ਚਿੰਤਾਵਾਂ ਨੂੰ ਹੱਲ ਕਰਨਾ ਜਾਰੀ ਰੱਖਦੇ ਹਾਂ। ਮੈਂ ਸਾਡੇ ਮਹੱਤਵਪੂਰਨ ਆਰਥਿਕ ਸੰਬੰਧਾਂ ਨੂੰ ਮਜ਼ਬੂਤ ਕਰਨ ਦੇ ਲਈ ਪ੍ਰਧਾਨ ਮੰਤਰੀ ਸੁਨਕ ਨਾਲ ਸਹਿਯੋਗ ਕਰਨ ਦੀ ਵੀ ਉਮੀਦ ਕਰਦਾ, ਕਿਉਂਕਿ ਅਸੀਂ ਇੱਕ ਵਿਆਪਕ, ਅਭਿਲਾਸ਼ੀ ਅਤੇ ਸੰਮਿਲਿਤ ਕੈਨੇਡਾ ਯੂਨਾਈਟਿਡ ਕਿੰਗਡਮ ਮੁਕਤ ਵਪਾਰ ਸਮਝੌਤੇ ਦੇ ਨਾਲ-ਨਾਲ ਯੂਕੇ ਦੇ ਟ੍ਰਾਂਸਫਰ ਦੇ ਲਈ ਵਿਆਪਕ ਅਤੇ ਪ੍ਰਗਤੀਸ਼ੀਲ ਸਮਝੌਤੇ ਵਿੱਚ ਸ਼ਾਮਲ ਹੋਣ ਦੇ ਲਈ ਗੱਲਬਾਤ ਕਰਦੇ ਹਾਂ। ਕੈਨੇਡਾ ਦੇ ਗਵਰਨਰ ਜਨਰਲ ਮੈਰੀ ਸਾਈਮਨ ਨੇ ਸੀਨੀਅਰ ਪੰਜਾਬਣ ਪੁਲਿਸ ਅਧਿਕਾਰੀ ਸੁਖਜੀਤ ਕੌਰ ਸੁੱਖੀ ਢੇਸੀ ਨੂੰ ਪੁਲਿਸ ਦੇ ਸਰਵਉੱਚ ਸਨਮਾਨ ਪੁਲਿਸ ਐਗਜ਼ੈਂਪਲਰੀ ਸਰਵਿਸਿਜ਼ ਮੈਡਲ ਨਾਲ ਸਨਮਾਨਿਤ ਕੀਤਾ। ਕਾਰਪੋਰੇਲ ਸੁਖਜੀਤ ਕੌਰ ਢੇਸੀ ਨੂੰ ਇਹ ਸਨਮਾਨ ਉਹਨਾਂ ਵੱਲੋਂ ਪੁਲਿਸ ਮਹਿਕਮੇ ਵਿੱਚ 30 ਸਾਲ ਕੀਤੀਆਂ ਸ਼ਾਨਦਾਰ ਸੇਵਾਵਾਂ ਬਦਲੇ ਦਿੱਤਾ ਗਿਆ ਹੈ। ਕੈਨੇਡਾ ਦੇ ਗਵਰਨਰ ਜਨਰਲ ਵਜੋਂ ਇਹ ਸਰਵਉੱਚ ਸਨਮਾਨ ਉਹਨਾਂ ਪੁਲਿਸ ਅਧਿਕਾਰੀਆਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ 20 ਸਾਲ ਜਨਤਕ ਸੁਰੱਖਿਆ 'ਚ ਅਹਿਮ ਯੋਗਦਾਨ ਪਾਇਆ ਹੋਵੇ। ਜ਼ਿਲ੍ਹਾ ਜਲੰਧਰ ਨਾਲ ਸੰਬੰਧਿਤ ਕਾਰਪੋਰੇਲ ਸੁਖਜੀਤ ਕੌਰ ਢੇਸੀ ਸਨ 1992 ਵਿੱਚ ਪੁਲਿਸ 'ਚ ਭਰਤੀ ਹੋਈ ਸੀ ਅਤੇ ਉਹ ਵੈਨਕੂਵਰ ਪੁਲਿਸ ਅਤੇ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਵਿੱਚ ਵੱਖ-ਵੱਖ ਅਹੁਦਿਆਂ ਤੇ ਰਹਿ ਚੁੱਕੇ ਨੇ ਤੇ ਹੁਣ ਉਹ ਜਾਂਚ ਏਜੰਸੀ ਇੰਟੀਗ੍ਰੇਟਿਡ ਹੋਮਸਾਈਡ ਇਨਵੈਸਟੀਗੇਸ਼ਨ ਟੀਮ ਵਿੱਚ ਮੀਡੀਆ ਬੁਲਾਰਨ ਵਜੋਂ ਸੇਵਾਵਾਂ ਨਿਭਾ ਰਹੇ ਨੇ। ਕੈਲੀਫੋਰਨੀਆ ਦੇ ਸੈਨ ਫਰਾਂਸਿਸਕੋ ਨੇੜੇ ਇੱਕ ਰਿਹਾਇਸ਼ੀ ਮਕਾਨ ਦੇ ਪਿਛਵਾੜੇ ਜ਼ਮੀਨ ਵਿੱਚ ਦੱਬੀ ਇੱਕ ਕਾਰ ਬਰਾਮਦ ਹੋਈ ਹੈ। ਕਾਰ ਵਿੱਚ ਕੋਈ ਬਰਾਮਦਗੀ ਨਹੀਂ ਹੋਈ। ਪੁਲਿਸ ਮੁਖੀ ਸਟੀਵਨ ਮੈਕੂਲੀ ਨੇ ਦੱਸਿਆ ਕਿ ਕਾਰ ਦੇ ਦੱਬੀ ਹੋਣ ਦਾ ਪਤਾ ਸੂਈਆ ਕੁੱਤਿਆਂ ਨੇ ਲਾਇਆ, ਜਿਸ ਉਪਰੰਤ ਜ਼ਮੀਨ ਪੁੱਟੀ ਗਈ। ਇਹ ਮਾਮਲਾ ਐਥਰਟਨ ਸ਼ਹਿਰ ਦਾ ਹੈ, ਜਿੱਥੇ ਮੌਜੂਦਾ ਮਕਾਨ ਮਾਲਕ ਘਰ ਦਾ ਕੰਮ ਕਰਵਾ ਰਿਹਾ। ਉਹਨਾਂ ਨੇ ਕਿਹਾ ਕਿ ਸੂਈਆ ਕੁੱਤੇ ਨੇ ਜ਼ਮੀਨ 'ਚ ਮਨੁੱਖੀ ਲਾਸ਼ ਹੋਣ ਦਾ ਸੰਕੇਤ ਦਿੱਤਾ, ਪਰੰਤੂ ਕਾਰ 'ਚ ਕੋਈ ਮਨੁੱਖੀ ਰਹਿੰਦ ਖੂੰਹਦ ਨਹੀਂ ਮਿਲੀ। ਐਥਰਟਨ ਦੇ ਮੇਅਰ ਰਿਕ ਅਨੁਸਾਰ ਕਾਰ ਜ਼ਮੀਨ ਵਿੱਚ 5 ਫੁੱਟ ਹੇਠਾਂ ਦੱਬੀ ਹੋਈ ਸੀ। ਉਹਨਾਂ ਨੇ ਕਿਹਾ ਕਿ ਬਰਾਮਦ ਮਰਸੀਡੀਜ਼ ਬੈਂਜ਼ ਕਾਰ 1992 ਚ ਲਾਪਤਾ ਹੋਈ ਸੀ। ਮੇਅਰ ਦੇ ਅਨੁਸਾਰ ਪੁਲਿਸ ਨੇ ਕਾਰ ਦੇ ਸੰਭਾਵੀ ਮਾਲਕ ਦਾ ਪਤਾ ਲਗਾ ਲਿਆ ਹੈ। ਉਹਨਾਂ ਨੇ ਦੱਸਿਆ ਕਿ ਮਾਮਲਾ ਪੁਲਿਸ ਦੀ ਜਾਂਚ ਅਧੀਨ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੰਦੀ ਛੋੜ ਦਿਵਸ ਮੌਕੇ ਸਿੱਖ ਭਾਈਚਾਰੇ ਨੂੰ ਵਧਾਈ ਦਿੱਤੀ ਸੀ। ਸੋਮਵਾਰ ਨੂੰ ਜਾਰੀ ਇੱਕ ਅਧਿਕਾਰਤ ਬਿਆਨ ਵਿੱਚ ਪ੍ਰਧਾਨ ਮੰਤਰੀ ਨੇ ਟਰੂਡੋ ਨੇ ਉਹਨਾਂ ਨੇ ਕਿਹਾ ਕਿ ਅੱਜ ਅਸੀਂ ਬੰਦੀ ਛੋੜ ਦਿਵਸ ਮਨਾਉਣ ਦੇ ਲਈ ਕੈਨੇਡਾ ਅਤੇ ਦੁਨੀਆ ਭਰ ਦੇ ਸਿੱਖ ਭਾਈਚਾਰਿਆਂ ਵਿੱਚ ਸ਼ਾਮਲ ਹੁੰਦੇ ਹਾਂ। ਇਸ ਮੌਕੇ ਸਿੱਖ ਭਾਈਚਾਰਾ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜੀਵਨੀ ਨੂੰ ਯਾਦ ਕਰਦਾ ਹੈ, ਜਿਨ੍ਹਾਂ ਨੂੰ 1619 ਵਿੱਚ ਗਵਾਲੀਅਰ ਦੇ ਕਿਲੇ ਵਿੱਚ ਕੈਦ ਕੀਤਾ ਗਿਆ ਸੀ। ਟਰੂਡੋ ਨੇ ਕਿਹਾ ਕਿ ਜਦੋਂ ਜੇਲ੍ਹ ਤੋਂ ਆਜ਼ਾਦ ਹੋਣ ਦਾ ਮੌਕਾ ਦਿੱਤਾ ਗਿਆ ਤਾਂ ਗੁਰੂ ਸਾਹਿਬਾਨ ਨੇ ਆਪਣੇ ਨਾਲ ਕੈਦ ਕੀਤੇ 52 ਨਿਰਦੋਸ਼ ਰਾਜਿਆਂ ਤੋਂ ਬਿਨਾਂ ਰਿਹਾ ਹੋਣ ਤੋਂ ਇਨਕਾਰ ਕਰ ਦਿੱਤਾ। ਅੰਤ ਵਿੱਚ ਉਹ ਖੁਦ ਨੂੰ ਅਤੇ ਰਾਜਿਆਂ ਨੂੰ ਆਜ਼ਾਦ ਕਰਨ ਵਿੱਚ ਸਫਲ ਹੋ ਗਏ। ਅੱਜ ਪਰਿਵਾਰ ਅਤੇ ਦੋਸਤ ਆਸ-ਪਾਸ ਮਾਰਗਦਰਸ਼ਨ ਅਤੇ ਆਜ਼ਾਦੀ ਦੇ ਪ੍ਰਤੀਕ ਵਜੋਂ ਆਪਣੇ ਘਰਾਂ ਅਤੇ ਗੁਰਦੁਆਰਾ ਸਾਹਿਬਾਨਾਂ ਵਿੱਚ ਪ੍ਰਾਰਥਨਾ ਕਰਨ, ਦਾਵਤ ਦੇਣ ਅਤੇ ਮੋਮਬੱਤੀਆਂ ਜਗਾਉਣ ਲਈ ਇਕੱਠੇ ਹੋਣਗੇ। ਉਹਨਾਂ ਨੇ ਬੰਦੀ ਛੋੜ ਦਿਵਸ ਤੇ ਆਪਣੇ ਆਲੇ ਦੁਆਲੇ ਦੇ ਲੋਕਾਂ ਨਾਲ ਇਕਮੁੱਠ ਖੜੇ ਹੋਣ ਤੇ ਮਹੱਤਵ ਨੂੰ ਦਰਸਾਉਂਦੇ ਨੇ ਔਰ ਨਾਲ ਹੀ ਬੇਇਨਸਾਫੀ ਅਤੇ ਲੋੜਵੰਦਾਂ ਦੀ ਸੇਵਾ ਕਰਨ ਦੀ ਮਹੱਤਤਾ ਵੀ ਦੱਸਦੇ ਨੇ। ਟਰੂਡੋ ਦੇ ਮੁਤਾਬਕ ਇਹ ਦਿਹਾੜਾ ਉਹਨਾਂ ਮਹੱਤਵਪੂਰਨ ਯੋਗਦਾਨਾਂ ਨੂੰ ਪਛਾਣਨ ਦਾ ਵੀ ਇੱਕ ਮੌਕਾ ਹੈ ਜੋ ਸਿੱਖ ਧਰਮ ਦੇ ਕੈਨੇਡੀਅਨਾਂ ਨੇ ਕੈਨੇਡਾ ਦੀ ਉਸਾਰੀ ਲਈ ਕੀਤੇ ਨੇ ਅਤੇ ਮਜ਼ਬੂਤ ਕੈਨੇਡਾ ਦੇ ਨਿਰਮਾਣ ਲਈ ਕੰਮ ਕਰ ਰਹੇ ਨੇ। ਨਵਜੀਤ ਕੌਰ ਬਰਾੜ ਕੈਨੇਡਾ ਵਿੱਚ ਨਿਊ ਬ੍ਰੈਂਪਟਨ ਸਿਟੀ ਦੇ ਕੌਂਸਲਰ ਅਹੁਦੇ ਲਈ ਚੁਣੇ ਗਏ। ਪਹਿਲੇ ਦਸਤਾਰਧਾਰੀ ਸਿੱਖ ਔਰਤ ਬਣ ਗਏ ਨੇ ਜੋ ਬ੍ਰੈਂਪਟਨ ਸਿਟੀ ਦੇ ਵਾਰਡ ਨੰਬਰ 2 ਅਤੇ 6 ਲਈ ਚੁਣੇ ਗਏ ਨੇ। ਬ੍ਰੈਂਪਟਨ ਸਿਟੀ ਕੌਂਸਲ ਵਿੱਚ 4 ਨਵੇਂ ਉਮੀਦਵਾਰਾਂ ਚੋਂ ਨਵਜੀਤ ਕੌਰ ਬਰਾੜ ਨੇ 28% ਤੋਂ ਵੱਧ ਵੋਟਾਂ ਨਾਲ ਜਿੱਤ ਹਾਸਲ ਕੀਤੀ ਹੈ। ਇਸ ਦੇ ਨਾਲ ਹੀ ਉਹਨਾਂ ਨੇ ਕਾਉਂਸ ਡਗ ਵਿਲਸ ਦੀ ਥਾਂ ਲੈ ਲਈ ਹੈ। ਬ੍ਰੈਂਪਟਨ ਦੀ ਲਗਭਗ 40% ਦੀ ਆਬਾਦੀ ਦੱਖਣੀ ਏਸ਼ੀਆਈ ਹੈ। ਸੋਮਵਾਰ ਨੂੰ ਮਿਊਨਿਸਪਲ ਚੋਣਾਂ ਭਾਰਤੀਆਂ ਵੱਲੋਂ ਮਨਾਏ ਜਾਂਦੇ ਦੀਵਾਲੀ ਦੇ ਤਿਉਹਾਰ ਮੌਕੇ ਹੋਈਆਂ ਸਨ ਔਰ ਦੱਸ ਦਈਏ ਕਿ ਓਨਟਾਰੀਓ ਸੂਬੇ ਦੇ ਸ਼ਹਿਰ ਬ੍ਰੈਂਪਟਨ ਦੀਆਂ ਮਿਊਨਿਸਪਲ ਚੋਣਾਂ ਵਿੱਚ 40 ਦੇ ਕਰੀਬ ਉਮੀਦਵਾਰ ਪੰਜਾਬੀ ਮੈਦਾਨ ਵਿੱਚ ਸਨ।
ਭਾਰਤੀ ਮੂਲ ਦੇ ਰਿਸ਼ੀ ਸੁਨਕ ਦੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬਣਨ ਦਾ ਜਸ਼ਨ ਮਨਾ ਰਹੇ ਭਾਰਤੀ ਮੂਲ ਦੇ ਅਮਰੀਕੀ ਨਾਗਰਿਕਾਂ ਨੇ ਕਿਹਾ ਕਿ ਇਹ ਵਿਦੇਸ਼ਾਂ ਵਿੱਚ ਵਸਦੇ ਭਾਰਤੀ ਭਾਈਚਾਰੇ ਦੇ ਲਈ ਵੱਡਾ ਦਿਨ ਹੈ। ਸਿਲੀਕਾਨ ਵੈਲੀ ਸਥਿਤ ਉਦਯੋਗਪਤੀ ਅਤੇ ਇੰਡੀਆਸਪੋਰਾ ਦੇ ਸੰਸਥਾਪਕ MR ਰੰਗਾਸਵਾਮੀ ਨੇ ਕਿਹਾ ਕਿ ਭਾਈਚਾਰੇ ਲਈ ਦੀਵਾਲੀ ਦਾ ਇੱਕ ਵੱਡਾ ਤੋਹਫਾ ਹੈ। ਰਿਸ਼ੀ ਪਹਿਲਾਂ ਹੀ ਇੰਡੋਸਪੋਰਾ ਦੇ ਨੇਤਾਵਾਂ ਦੀ ਸੂਚੀ 'ਚ ਸਨ ਅਤੇ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ। ਅਸੀਂ ਉਹਨਾਂ ਨੂੰ UK ਦੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਤੇ ਵਧਾਈ ਦਿੰਦੇ ਹਾਂ। ਉਧਰ ਭਾਰਤੀ ਮੂਲ ਦੇ ਰਿਸ਼ੀ ਸੁਨਕ ਨੇ ਪਹਿਲੀ ਵਾਰ ਹਿੰਦੂ ਪ੍ਰਧਾਨ ਮੰਤਰੀ ਵਜੋਂ ਬ੍ਰਿਟੇਨ ਦੀ ਸੱਤਾ ਸੰਭਾਲੀ ਹੈ। ਜਿਵੇਂ ਉਹ 10 ਡਾਊਨਿੰਗ ਸਟਰੀਟ ਵਿੱਚ ਦਾਖਲ ਹੋਏ, ਉਹਨਾਂ ਦੇ ਹੱਥ ਵਿੱਚ ਪਵਿੱਤਰ ਲਾਲ ਹਿੰਦੂ ਕਲਾਵ ਧਾਗਾ ਅਤੇ ਗਲੇ ਵਿੱਚ ਮੈਰੀਗੋਲਡਸ ਦੀ ਮਾਲਾ ਪਾਈ ਹੋਈ ਦਿਸੀ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਮੰਗਲਵਾਰ ਨੂੰ ਕੈਬਨਿਟ ਵਿੱਚ ਅਹਿਮ ਨਿਯੁਕਤੀਆਂ ਦੇ ਨਾਲ ਆਪਣੀ ਚੋਟੀ ਦੀ ਟੀਮ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ। ਸੁਨਕ ਨੇ ਜੇਰੇਮੀ ਹੰਟ ਨੂੰ ਬਰਕਰਾਰ ਰੱਖਣ ਦਾ ਫੈਸਲਾ ਕੀਤਾ, ਜਿਨ੍ਹਾਂ ਨੂੰ ਹਾਲ ਹੀ ਵਿੱਚ ਪਿਛਲੀ ਲਿਜ਼ ਟਰਸ ਦੀ ਅਗਵਾਈ ਵਾਲੀ ਸਰਕਾਰ 'ਚ ਵਿੱਤ ਮੰਤਰੀ ਨਿਯੁਕਤ ਕੀਤਾ ਗਿਆ ਸੀ ਤਾਂ ਜੋ ਦੇਸ਼ ਵਿੱਚ ਆਰਥਿਕ ਸਥਿਰਤਾ ਬਣਾਈ ਰੱਖੀ ਜਾ ਸਕੇ। ਨਾਲ ਹੀ ਭਾਰਤੀ ਮੂਲ ਦੀ ਸੁਏਲਾ ਨੂੰ ਗ੍ਰਹਿ ਮੰਤਰੀ ਬਣਾਇਆ ਗਿਆ। ਸੁਏਲਾ ਉਸ ਸਮੇਂ ਦੀ ਲਿਜ਼ ਟਰਸ ਸਰਕਾਰ 'ਚ ਗ੍ਰਹਿ ਮੰਤਰੀ ਵੀ ਸੀ। ਉਹਨਾਂ ਨੇ ਲਿਜ਼ ਟਰਸ ਦੀ ਅਗਵਾਈ ਵਾਲੀ ਸਰਕਾਰ ਦੇ ਕੰਮਕਾਜ ਤੋਂ ਨਾਰਾਜ਼ਗੀ ਜ਼ਾਹਿਰ ਕਰਦੇ ਹੋਏ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਦੇ ਨਾਲ ਹੀ ਸੁਨਕ ਪ੍ਰਤੀ ਵਫਾਦਾਰ ਨਾ ਹੋਣ ਦੇ ਬਾਵਜੂਦ ਜੇਮਸ ਵੀ ਆਪਣੇ ਅਹੁਦੇ ਤੇ ਬਣੇ ਰਹਿਣਗੇ। ਸਾਬਕਾ ਪ੍ਰਧਾਨ ਮੰਤਰੀ ਲਿਜ਼ ਟਰਸ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਜੇਰੇਮੀ ਹੰਟ ਨੂੰ ਦੇਸ਼ ਦਾ ਵਿੱਤ ਮੰਤਰੀ ਨਿਯੁਕਤ ਕੀਤਾ ਸੀ। ਹੰਟ ਨੇ ਟਰਸ ਵੱਲੋਂ ਟੈਕਸ ਕਟੌਤੀਆਂ ਨਾਲ ਸੰਬੰਧਿਤ ਮਿਨੀ ਬਜਟ ਨੂੰ ਵਾਪਸ ਲੈ ਲਿਆ ਸੀ। ਉਹ ਸੁਨਕ ਦੇ ਸਹਿਯੋਗੀ ਰਹੇ ਨੇ ਅਤੇ ਅਜਿਹੀ ਉਮੀਦ ਕੀਤੀ ਜਾ ਰਹੀ ਸੀ ਕਿ ਉਹ ਆਪਣੇ ਅਹੁਦੇ ਤੇ ਬਣੇ ਰਹਿਣਗੇ। ਵਿੱਤ ਮੰਤਰੀ ਬਣੇ ਰਹਿਣ ਤੋਂ ਬਾਅਦ ਜੇਰੇਮੀ ਹੰਟ ਨੇ ਟਵੀਟ ਕੀਤਾ, ਇਹ ਮੁਸ਼ਕਿਲ ਹੋਣ ਜਾ ਰਿਹਾ, ਪਰ ਕਮਜ਼ੋਰ ਵਰਗ ਦੇ ਲੋਕਾਂ ਤੋਂ ਇਲਾਵਾ ਲੋਕਾਂ ਦੀਆਂ ਨੌਕਰੀਆਂ ਵੀ ਰੱਖਿਆ ਕਰਨੀ ਸਾਡੀ ਤਰਜੀਹ ਹੋਏਗੀ, ਕਿਉਂਕਿ ਅਸੀਂ ਅਸਥਿਰਤਾ, ਆਤਮ ਵਿਸ਼ਵਾਸ ਅਤੇ ਲੰਬੇ ਸਮੇਂ ਤੋਂ ਵਿਕਾਸ ਨੂੰ ਬਹਾਲ ਕਰਨ ਦੇ ਲਈ ਕੰਮ ਕਰਾਂਗੇ। ਦੀਵਾਲੀ ਵਾਲੀ ਰਾਤ 1.5 ਦਰਜਨ ਦੇ ਕਰੀਬ ਥਾਵਾਂ ਤੇ ਅੱਗ ਲੱਗਣ ਕਾਰਨ ਲੱਖਾਂ ਦਾ ਨੁਕਸਾਨ ਹੋਇਆ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਨਗਰ ਨਿਗਮ ਦੇ ਫਾਇਰ ਬ੍ਰਿਗੇਡ ਵਿਭਾਗ ਦੀਆਂ ਟੀਮਾਂ ਅੱਗ ਬੁਝਾਉਣ ਲਈ ਪਹੁੰਚੀਆਂ, ਜਿਸ ਵਿੱਚ ਸੇਵਾ ਸੰਮਤੀ ਦੀਆਂ ਟੀਮਾਂ ਵੀ ਕੰਮ ਕਰ ਰਹੀਆਂ ਸਨ। ਬੱਲਾ ਸਬਜ਼ੀ ਮੰਡੀ ਵਿੱਚ ਅੱਗ ਲੱਗਣ ਦੀ ਘਟਨਾ ਵਿੱਚ ਵੱਡੀ ਮਾਤਰਾ 'ਚ ਫਲ, ਸਬਜ਼ੀਆਂ ਤੇ 3 ਖੋਖੇ ਸੜ ਗਏ। ਦੀਵਾਲੀ ਦੀ ਦੁਪਹਿਰ ਨੂੰ ਫੋਕਲ ਪੁਆਇੰਟ ਸਥਿਤ ਪੇਚਾਂ ਵਾਲੀ ਫੈਕਟਰੀ 'ਚ ਅੱਗ ਲੱਗ ਗਈ। ਅੱਗ ਲੱਗਣ ਦੀ ਘਟਨਾ ਦੌਰਾਨ ਹਲਕਾ ਵਿਧਾਇਕ ਜੀਵਨਜੋਤ ਕੌਰ ਵੀ ਮੌਕੇ ਤੇ ਪਹੁੰਚੇ। ਫਾਇਰ ਬ੍ਰਿਗੇਡ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਫੈਕਟਰੀ ਵਿੱਚ ਲੱਗੀ ਅੱਗ ਤੇ ਕਾਬੂ ਪਾਇਆ ਗਿਆ। ਦੀਵਾਲੀ ਦੀ ਰਾਤ ਭੱਲਾ ਕਲੋਨੀ, ਇਸਲਾਮਾਬਾਦ ਚੌਂਕ, ਜੈ ਸਿੰਘ ਸੁਲਤਾਨਵਿੰਡ ਰੋਡ, ਸ਼ਹੀਦ ਊਧਮ ਸਿੰਘ ਨਗਰ, ਤਰਨਤਾਰਨ ਰੋਡ ਪੁਲ ਹੇਠਾਂ ਭਗਤਾਂ ਵਾਲਾ ਨੇੜੇ ਫਤਿਹ ਸਿੰਘ ਕਲੋਨੀ ਵਿੱਚ ਇੱਕ ਘਰ 'ਚ, ਪੰਜ ਪੀਰ ਨਿਊ ਗੋਲਡਨ ਐਵਨਿਊ ਨੇੜੇ ਇੱਕ ਪਲਾਟ ਵਿੱਚ ਤੇ ਹੋਰ ਵੀ ਕਈ ਥਾਵਾਂ ਤੇ ਅੱਗ ਲੱਗਣ ਦੀ ਘਟਨਾ ਵਾਪਰੀ ਹੈ, ਜਿਸ ਤੇ ਫਾਇਰ ਬ੍ਰਿਗੇਡ ਦੇ ਅਮਲੇ ਵੱਲੋਂ ਕਾਬੂ ਪਾਇਆ ਗਿਆ। ਦੁਨੀਆ ਦੇ ਸਭ ਤੋਂ ਗੰਦੇ ਵਿਅਕਤੀ ਅਤੇ 50 ਸਾਲ ਤੋਂ ਨਾ ਨਹਾਉਣ ਵਾਲੇ ਇਰਾਨੀ ਵਿਅਕਤੀ ਦੀ ਮੌਤ ਹੋ ਗਈ ਹੈ। ਇਰਾਨੀ ਮੀਡੀਆ ਰਿਪੋਰਟਾਂ ਦੇ ਮੁਤਾਬਕ 94 ਸਾਲਾ ਵਿਅਕਤੀ ਦੀ ਮੰਗਲਵਾਰ ਨੂੰ ਮੌਤ ਹੋ ਗਈ। ਉਹ ਪਿਛਲੇ 50 ਸਾਲਾਂ ਤੋਂ ਨਹਾਇਆ ਨਹੀਂ ਸੀ, ਇਸ ਲਈ ਉਸ ਨੂੰ ਦੁਨੀਆ ਦਾ ਸਭ ਤੋਂ ਗੰਦਾ ਆਦਮੀ ਕਿਹਾ ਜਾਂਦਾ ਸੀ। ਦੁਨੀਆ ਦਾ ਸਭ ਤੋਂ ਗੰਦਾ ਆਦਮੀ ਕਹੇ ਜਾਣ ਵਾਲੇ ਇਸ ਵਿਅਕਤੀ ਦਾ ਨਾਮ ਅਮਾਊ ਹਾਜ਼ੀ ਦੱਸਿਆ ਜਾ ਰਿਹਾ। ਰਿਪੋਰਟਾਂ ਵਿੱਚ ਕਿਹਾ ਗਿਆ ਕਿ ਅਮਾਊ ਹਾਜ਼ੀ ਨੂੰ ਡਰ ਸੀ ਕਿ ਜੇਕਰ ਉਹ ਨਹਾਇਆ ਤਾਂ ਉਸ ਨੂੰ ਇਨਫੈਕਸ਼ਨ ਹੋ ਜਾਏਗੀ, ਇਸ ਲਈ ਉਹਨਾਂ ਨੇ ਨਹਾਉਣਾ ਛੱਡ ਦਿੱਤਾ ਸੀ। ਅਮਾਊ ਹਾਜ਼ੀ ਦੱਖਣੀ ਫਾਰਸ ਸੂਬੇ ਦੇ ਦੇਸ਼ਗਾਹ ਪਿੰਡ ਵਿੱਚ ਇਕੱਲੇ ਰਹਿੰਦੇ ਸਨ। IRNA ਦੀ ਰਿਪੋਰਟ ਦੇ ਮੁਤਾਬਕ ਉਹਨਾਂ ਦੀ ਮੌਤ ਕੁਦਰਤੀ ਕਾਰਨਾਂ ਕਰਕੇ ਹੋਈ ਹੈ। ਸਾਲ 2013 ਵਿੱਚ ਇਸ ਵਿਅਕਤੀ ਉੱਤੇ ਦ ਸਟ੍ਰੇਂਜ ਲਾਈਫ ਆਫ ਅਮਾਊ ਹਾਜੀ ਨਾਂ ਦੀ ਇੱਕ ਛੋਟੀ ਡਾਕੂਮੈਂਟਰੀ ਵੀ ਬਣੀ ਸੀ। ਡਾਕੂਮੈਂਟਰੀ ਵਿੱਚ ਦਿਖਾਇਆ ਹੈ ਕਿ ਅਮਾਊ ਹਾਜੀ ਆਪਣੀ ਜ਼ਿੰਦਗੀ ਕਿਵੇਂ ਜਿਉਂਦੇ ਨੇ। ਖਬਰਾਂ ਦੇ ਅਨੁਸਾਰ ਹਾਜੀ ਨੇ ਬਿਮਾਰ ਹੋਣ ਦੇ ਡਰੋਂ ਨਹਾਉਣ ਤੋਂ ਪਰਹੇਜ਼ ਕੀਤਾ, ਪਰ ਪਹਿਲੀ ਵਾਰ ਕੁਝ ਮਹੀਨੇ ਪਹਿਲਾਂ ਪਿੰਡ ਵਾਲੇ ਉਸ ਨੂੰ ਨਹਾਉਣ ਲਈ ਬਾਥਰੂਮ ਵਿੱਚ ਲੈ ਗਏ। ਪਿੰਡ ਵਾਸੀਆਂ ਨੇ ਕਿਹਾ ਕਿ ਉਹ ਆਪਣੀ ਜਵਾਨੀ ਦੇ ਕੁਝ ਸਦਮਿਆਂ ਤੋਂ ਉੱਭਰ ਨਹੀਂ ਸਕੇ, ਜਿਸ ਕਾਰਨ ਉਹਨਾਂ ਨੇ ਨਹਾਉਣ ਤੋਂ ਇਨਕਾਰ ਕਰ ਦਿੱਤਾ ਸੀ। ਇੱਕ ਰਿਪੋਰਟ ਦੇ ਮੁਤਾਬਕ ਹਾਜੀ ਸੜਕ ਕਿਨਾਰੇ ਮਰਨ ਵਾਲੇ ਜਾਨਵਰਾਂ ਨੂੰ ਖਾਂਦੇ ਸੀ। ਉਹਨਾਂ ਦਾ ਮੰਨਣਾ ਸੀ ਕਿ ਸਫਾਈ ਉਹਨਾਂ ਨੂੰ ਬਿਮਾਰ ਕਰ ਦੇਗੀ। ਹਾਜੀ ਦੀ ਮੌਤ ਤੋਂ ਬਾਅਦ ਇਸ ਗੈਰ ਅਧਿਕਾਰਤ ਰਿਕਾਰਡ ਇੱਕ ਭਾਰਤੀ ਵਿਅਕਤੀ ਦੇ ਕੋਲ ਜਾ ਸਕਦਾ ਹੈ, ਜਿਸ ਨੇ ਆਪਣੀ ਜ਼ਿੰਦਗੀ ਦੇ ਜ਼ਿਆਦਾਤਰ ਸਮੇਂ ਤੱਕ ਇਸ਼ਨਾਨ ਨਹੀਂ ਕੀਤਾ। ਪਵਿੱਤਰ ਸ਼ਹਿਰ ਵਾਰਾਣਸੀ ਦੇ ਬਾਹਰ ਇੱਕ ਪਿੰਡ ਦੇ ਕੈਲਾਸ਼ ਕਲਾਊ ਸਿੰਘ ਨੇ ਦੇਸ਼ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਵਿੱਚ 30 ਸਾਲਾਂ ਤੋਂ ਵੱਧ ਸਮੇਂ ਤੱਕ ਇਸ਼ਨਾਨ ਨਹੀਂ ਕੀਤਾ। ਕਲਾਊ ਸਿੰਘ ਹਰ ਸ਼ਾਮ ਅੱਗ ਬਾਲ ਕੇ ਸਿਗਰਟ ਪੀਂਦਾ ਸੀ। ਕਲਾਊ ਵੀ ਇੱਕ ਲੱਤ ਤੇ ਖੜੇ ਹੋ ਕੇ ਭਗਵਾਨ ਸ਼ਿਵ ਦੀ ਪੂਜਾ ਕਰਦਾ ਸੀ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਓ ਆਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।